ਹੈਲੋ ਸਟੂਡੈਂਟਸ, ਵੈਲਕਮ ਅਗੇਨ ਟੂ ਸੀ ਲੈਂਗੁਏਜ। ਵੈਸੇ ਅੱਜ ਆਪਾਂ ਸੀ ਲੈਂਗੁਏਜ ਦੇ ਵਿੱਚ ਕਰਾਂਗੇ ਕੰਟਰੋਲ ਸਟਰਕਚਰ ਇਨ ਸੀ ਲੈਂਗੁਏਜ। ਯਾਨੀ ਕਿ ਸੀ ਲੈਂਗੁਏਜ ਦੇ ਵਿੱਚ ਕੰਟਰੋਲ ਸਟਰਕਚਰਸ ਕੀ ਕੰਮ ਕਰਦੇ ਨੇ। ਇਹ ਵੀ ਸਾਡੇ ਕੋਲ ਇੱਕ ਓਪਰੇਟਰਸ ਦਾ ਹੀ ਪਾਰਟ ਹੁੰਦੇ ਨੇ ਰਾਜੇ, ਜੋ ਆਪਾਂ ਲਾਸਟ ਚੈਪਟਰ ਦੇ ਵਿੱਚ ਕੀਤਾ ਸੀ। ਓਪਰੇਟਰਸ ਕੀਤਾ ਸੀ ਆਪਾਂ ਨੇ, ਅਰਥਮੈਟਿਕ ਓਪਰੇਟਰਸ, ਰਿਲੇਸ਼ਨਲ ਓਪਰੇਟਰਸ, ਠੀਕ ਹੈ। ਉਹਦਾ ਹੀ ਪਾਰਟ ਹੈ ਕੰਟਰੋਲ ਸਟਰਕਚਰ ਸਾਡੇ ਕੋਲ। ਇਹ ਸਾਡੇ ਕੋਲ ਕੀ ਹੁੰਦਾ ਹੈ, ਕੰਪੈਰੀਜ਼ਨ ਦਾ ਓਪਰੇਟਰਸ ਦੇ ਵਿੱਚ ਦੋ ਤਰ੍ਹਾਂ ਦੇ ਬੇਸਿਕਲੀ, ਜਿਵੇਂ ਰਿਲੇਸ਼ਨਲ ਓਪਰੇਟਰ ਅਤੇ ਲੌਜੀਕਲੀ ਓਪਰੇਟਰਸ ਦੇ ਉੱਪਰ ਵਰਕ ਕਰਦਾ ਹੈ ਕੰਪੈਰੀਜ਼ਨ ਓਪਰੇਟਰਸ ਦੇ ਵਿੱਚ। ਜਿਵੇਂ ਹੁਣ ਰਿਲੇਸ਼ਨਲ ਓਪਰੇਟਰਸ ਕੀ ਨੇ ਰਾਜੇ, ਰਿਲੇਸ਼ਨਲ ਓਪਰੇਟਰਸ ਅਲਾਓ ਅਸ ਟੂ ਕੰਪੇਅਰ ਦਾ ਟੂ ਵੈਲਿਊਜ਼। ਦੋ ਵੈਲਿਊਜ਼ ਨੂੰ ਕੀ ਕਰਦੇ ਨੇ, ਆਪਸ 'ਚ ਕੰਪੇਅਰ ਕਰਦੇ ਨੇ। ਕੰਪੇਅਰ ਦਾ ਮਤਲਬ ਹੁੰਦਾ ਜਿਵੇਂ ਲੈਸ ਦੈਨ, ਗ੍ਰੇਟਰ ਦੈਨ, ਜਿਵੇਂ 20 ਇਜ਼ ਲੈਸ ਦੈਨ 30, ਇਸ ਤਰੀਕੇ ਦੇ ਨਾਲ ਕੰਪੇਅਰ ਕਰਨਾ। ਜਾਂ 20 ਇਕੁਅਲ ਟੂ 20 ਆਪਸ 'ਚ ਬਰਾਬਰ ਨੇ। ਟੂ ਵੈਲਿਊਜ਼ ਨੂੰ ਕੰਪੇਅਰ ਕਰਨਾ ਟੂ ਸੀ ਵੈਦਰ ਦੇ ਆਰ ਇਕੁਅਲ ਟੂ ਈਚ ਅਦਰ, ਵੀ ਉਹ ਇੱਕ ਦੂਜੇ ਦੇ ਇਕੁਅਲ ਟੂ ਹੈਗੇ ਨੇ ਜਾਂ ਨਹੀਂ ਹੈਗੇ, ਅਨਇਕੁਅਲ। ਵੈਦਰ ਵਨ ਇਜ਼ ਗ੍ਰੇਟਰ ਦੈਨ ਅਦਰ ਇਜ਼ ਲੈਸ ਦੈਨ, ਵੀ ਇੱਕ ਬੜਾ ਇੱਕ ਛੋਟਾ। ਇਸ ਤਰੀਕੇ ਦੇ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਕਿਹਦੇ ਵਿੱਚ, ਰਿਲੇਸ਼ਨਲ ਓਪਰੇਟਰਸ ਦੇ ਵਿੱਚ। ਰਿਲੇਸ਼ਨਲ ਓਪਰੇਟਰਸ ਆ ਦਾ ਬਾਈਂਡਰੀ ਓਪਰੇਟਰਸ ਵੀ ਕਿਹਾ ਜਾਂਦਾ ਇਹਨੂੰ। ਇਫ ਦਾ ਕੰਪੈਰੀਜ਼ਨ ਇਜ਼ ਟਰੂ, ਬਾਈਂਡਰੀ ਓਪਰੇਟਰਸ ਕਿਹੜੇ ਹੁੰਦੇ ਨੇ ਕਿ ਜਿਵੇਂ 0 to 1 ਦੇ ਉੱਪਰ ਕੰਮ ਕਰਦੇ ਨੇ, ਵਰਕ ਕਰਦੇ ਨੇ ਉਹ। ਇਫ ਦਾ ਕੰਪੈਰੀਜ਼ਨ ਇਜ਼ ਟਰੂ, ਅਗਰ ਸਾਡਾ ਕੰਪੈਰੀਜ਼ਨ ਟਰੂ ਹੈ, ਜਿਵੇਂ 20 ਦੋਨੋਂ ਬਰਾਬਰ ਆ ਗਏ, ਦੈਨ ਆਊਟਪੁੱਟ ਕੀ ਆਏਗੀ 1। ਅਗਰ ਅਸੀਂ ਕਹਿ ਦਈਏ 20 ਇਜ਼ ਨੋਟ ਇਕੁਅਲ ਟੂ 30, ਤਾਂ ਫੋਲਸ ਹੋ ਗਿਆ ਨਾ। ਇਫ ਫੋਲਸ ਦੈਨ ਆਊਟਪੁੱਟ ਇਜ਼ 0। ਅਗਰ ਸਾਡਾ ਟਰੂ ਹੈ ਤਾਂ ਆਊਟਪੁੱਟ 1 ਆਏਗੀ, ਅਗਰ ਸਾਡਾ ਟਰੂ ਨਹੀਂ ਹੈਗਾ ਤਾਂ ਆਊਟਪੁੱਟ 0 ਆਊਗੀ। ਜਿਵੇਂ ਦੇਖੋ ਡਬਲ ਇਕੁਅਲ ਟੂ ਦਾ ਸਾਈਨ ਹੈ, ਲੈਸ ਦੈਨ, ਗ੍ਰੇਟਰ ਦੈਨ, ਲੈਸ ਦੈਨ, ਗ੍ਰੇਟਰ ਦੈਨ, ਇਸ ਤਰੀਕੇ ਦੇ ਨਾਲ ਕੀ ਇਹ ਸਾਈਨ ਯੂਜ਼ ਕੀਤੇ ਗਏ ਨੇਗੇ। ਹੁਣ ਜਿਵੇਂ ਨੈਕਸਟ ਆਪਣੇ ਕੋਲ ਇਹਦਾ ਪ੍ਰੋਗਰਾਮ ਬਣਾਇਆ ਹੋਇਆ, ਹੈਸ਼ ਇਨਕਲੂਡ ਸਟੂਡੀਓ ਡੋਟ ਐਚ ਸਟੈਂਡਰਡ ਇਨਪੁਟ। ਇਹ ਕੀ ਨੇਗੀਆਂ, ਦੋਨੋਂ ਲਾਇਬ੍ਰੇਰੀ ਫਾਈਲਸ ਨੇ। ਕੋਨੀਓ ਡੋਟ ਐਚ ਹੈਡਰ ਫਾਈਲਸ ਕਹਿ ਲਓ, ਲਾਇਬ੍ਰੇਰੀ ਫਾਈਲਸ ਕਹਿ ਲਓ, ਪ੍ਰੀ ਡਿਫਾਈਨਡ ਫਾਈਲਸ ਕਹਿ ਲਓ, ਕੁਛ ਵੀ ਕਹਿ ਲਓ ਇਹਨੂੰ। ਵੋਇਡ ਮੇਨ ਕੀ ਹੈ, ਆਪਣਾ ਸਟਾਰਟਿੰਗ ਫੰਕਸ਼ਨ ਹੈ। ਬ੍ਰੇਸਿਸ ਸਟਾਰਟਿੰਗ ਫੰਕਸ਼ਨ ਹੋ ਗਏ। ਇੰਟ ਕੀ ਹੈ, ਆਪਣੇ ਕੋਲ ਡਾਟਾ ਟਾਈਪ ਹੈ, ਠੀਕ ਹੈ। ਇੰਟੀਜ਼ਰ ਦੇ ਵਿੱਚ ਜਿਹਦੀ ਫੁੱਲ ਸ਼ੋਰਟ ਫਾਰਮ ਕੀ ਹੈ, ਇੰਟ ਹੈ। ਏ ਤੇ ਬੀ ਕੀ ਨੇ, ਦੋ ਵੇਰੀਏਬਲ ਨੇ। ਕਲੀਅਰ ਸਕਰੀਨ ਫੋਰ, ਕਲੀਅਰ ਸਕਰੀਨ ਦੇ ਲਈ ਸੈਮੀ ਕੋਲਨ, ਇਸ ਲਾਈਨ ਨੂੰ ਅਸੈਸ ਕਰਨ ਦੇ ਲਈ, ਚਲਾਉਣ ਦੇ ਲਈ। ਹੁਣ ਆਪਾਂ ਨੇ ਟੂ ਵੈਲਿਊਜ਼ ਨੂੰ ਕੰਪੇਅਰ ਕਰਨਾ ਰਿਲੇਸ਼ਨਲ ਦੇ ਵਿੱਚ, ਤਾਂ ਏ ਦੀ ਵੈਲੂ 4 ਲੈ ਲਓ, ਬੀ ਦੀ ਵੈਲੂ 4 ਲੈ ਲਓ। ਪ੍ਰਿੰਟ ਐਫ, ਪ੍ਰਿੰਟ ਐਫ ਦੇ ਵਿੱਚ ਕੀ ਹੈ ਰਾਜੇ, ਕਮਾਂਡ। ਹੁਣ ਟੂ ਵੈਲਿਊਜ਼ ਨੂੰ ਆਪਾਂ ਨੇ ਦੇਖੋ ਇਹਦੇ ਵਿੱਚ ਜਿਹੜੇ ਸਾਰੇ ਨੇ ਫਾਰਮੂਲੇ, ਡਬਲ ਇਕੁਅਲ ਟੂ, ਲੈਸ ਦੈਨ, ਗ੍ਰੇਟਰ ਦੈਨ, ਇਹ ਸਾਰੇ ਲਗਾ ਲਓ। ਏ ਇਜ਼ ਡਬਲ ਇਕੁਅਲ ਟੂ ਬੀ, ਏ ਇਜ਼ ਲੈਸ ਦੈਨ ਬੀ, ਏ ਇਜ਼ ਗ੍ਰੇਟਰ ਦੈਨ ਬੀ, ਇਹ ਸਾਰੇ ਫਾਰਮੂਲੇ ਲਗਾਣੇ ਆਪਾਂ ਨੇ। ਇਹ ਬੈਕਸਲੈਸ਼ ਟੀ ਐਨ ਕਾਹਦੇ ਲਈ ਯੂਜ਼ ਕੀਤਾ, ਅਗਲੀ ਨੈਕਸਟ ਲਾਈਨ ਦੇ ਲਈ, ਵੀ ਨੈਕਸਟ ਲਾਈਨ ਦੇ ਵਿੱਚ ਆਪਣੀ ਆਊਟਪੁੱਟ ਆਵੇ। ਅਗਰ ਆਪਾਂ ਨੇ ਬਲੈਕ ਸਲੈਸ਼ ਐਨ ਨਹੀਂ ਯੂਜ਼ ਕਰਾਂਗੇ ਤਾਂ ਇੱਕੋ ਹੀ ਲਾਈਨ 'ਚ ਆਊਟਪੁੱਟ ਆਏਗੀ। ਜਦੋਂ ਆਪਾਂ ਇਸ ਪ੍ਰੋਗਰਾਮ ਨੂੰ ਰਨ ਕਰਾਂਗੇ, ਕੰਟਰੋਲ ਆਊਟਪੁੱਟ 1 ਦੀ 1, ਆਊਟਪੁੱਟ 2 1, ਆਊਟਪੁੱਟ 3 1, ਜਿਹੜੀ ਟਰੂ ਹੋਏਗੀ ਉਹ 1 ਆਏਗੀ, ਜਿਹੜੀ ਫੋਲਸ ਹੋਏਗੀ ਉਹ 0 ਆਏਗੀ। ਨੈਕਸਟ ਹੈ ਜਿਵੇਂ ਆਪਣੇ ਕੋਲ ਹੁਣ ਲੌਜੀਕਲੀ ਓਪਰੇਟਰਸ। ਲੌਜੀਕਲੀ ਓਪਰੇਟਰਸ ਕੀ ਕੰਮ ਕਰਦੇ ਨੇ, ਲੌਜੀਕਲੀ ਓਪਰੇਟਰ ਆਰ ਯੂਜ਼ ਟੂ ਕੰਬਾਈਨ ਦਾ 2 ਐਂਡ ਮੋਰ ਕੰਡੀਸ਼ਨਸ। ਇਹ ਕੰਡੀਸ਼ਨਸ ਦੇਖਦੇ ਨੇ ਸਾਡੇ ਕੋਲ, ਉਹ ਕੰਪੇਅਰ ਕਰਦੇ ਸੀ ਵੈਲਿਊ ਨੂੰ। ਵੈਦਰ ਦੇ ਦਾ ਨੰਬਰ ਆਫ ਕੰਡੀਸ਼ਨਸ ਆ ਵਨ ਪਰਟੀਕੂਲਰ ਕੇਸ ਟੂ ਬੀ ਟਰੂ, ਐਂਡ ਦੈਨ ਲੌਜੀਕਲੀ ਓਪਰੇਟਰ ਆਰ ਯੂਜ਼ ਟੂ ਕੰਬਾਈਨਡ ਦਾ ਓਲ ਕੰਡੀਸ਼ਨ। ਸਾਰੀਆਂ ਕੰਡੀਸ਼ਨਸ ਨੂੰ ਕੰਬਾਈਨਡ ਕਰਨ ਦੇ ਲਈ, ਕੰਬਾਈਨਡ ਕਰਨ ਦੇ ਲਈ ਆਪਾਂ ਕਿਹੜੇ ਸਾਈਨ ਯੂਜ਼ ਕਰਾਂਗੇ। ਇਸ ਲਈ ਜਿਵੇਂ ਹੁਣ ਦੇਖੋ ਸਾਡੇ ਕੋਲ ਐਂਪਰਸੈਂਟ ਦਾ ਸਾਈਨ ਹੈ, ਇਹਨੂੰ ਆਪਾਂ, ਇਹਦਾ ਮਤਲਬ ਕੀ ਹੈ, ਲੌਜੀਕਲੀ ਐਂਡ। ਇਹ ਸਾਡੇ ਕੋਲ ਔਰ ਦਾ ਸਾਈਨ ਹੈ, ਇਹ ਨੋਟ ਇਕੁਅਲ ਟੂ ਦਾ ਸਾਈਨ ਹੈ, ਜੋ ਨੀਚੇ ਡੋਟ ਦੇ ਵਿੱਚ ਲੱਗਿਆ ਹੋਇਆ ਸਾਡੇ ਕੋਲ ਆਹ ਚੀਜ਼ ਹੈ ਰਾਜੇ। ਜੋ ਸਾਡੇ ਕੋਲ ਆਹ ਚੀਜ਼ ਹੈ ਸਾਰੀ, ਇਹ ਸਾਰੀ ਸੀ ਹੈ ਨੋਟ ਇਕੁਅਲ ਟੂ ਦਾ ਸਾਈਨ, ਔਰ ਦਾ ਸਾਈਨ ਤੇ ਇਹਦਾ ਸਾਈਨ ਦੇ ਰੱਖੇ ਨੇਗੇ। ਨੈਕਸਟ ਹੈ ਆਪਣੇ ਕੋਲ ਹੁਣ ਇਹਦੇ ਵਿੱਚ ਇਹਦੀ ਡਾਇਗਰਾਮ ਬਣਾਈ ਗਈ ਹੈਗੀ। ਜਿਵੇਂ ਹੁਣ ਦੇਖੋ ਡਾਇਗਰਾਮ ਦੇ ਵਿੱਚ ਕੀ ਹੈਗਾ, ਸਾਡੇ ਕੋਲ ਕੰਟਰੋਲ ਸਟਰਕਚਰ ਨੇ, ਠੀਕ ਹੈ, ਜਾਂ ਕੰਟਰੋਲ ਸਟੇਟਮੈਂਟਸ ਕਹਿ ਲਓ ਇਹਨਾਂ ਨੂੰ। ਅਤੇ ਇਹਦੇ 3 ਤਰ੍ਹਾਂ ਦੀਆਂ ਬ੍ਰਾਂਚਿਸ ਦੇ ਉੱਪਰ ਕੰਮ ਕਰਦੇ ਨੇ ਇਹ। ਬ੍ਰਾਂਚਿਸ ਕੰਡੀਸ਼ਨਸ ਕਹਿ ਦਿੰਦੇ ਨੇ, ਜਾਂ ਕੰਡੀਸ਼ਨਲ ਕੰਟਰੋਲ ਕਹਿ ਦਿੰਦੇ ਨੇ। ਲੂਪ ਕੰਟਰੋਲ ਹੋ ਜਾਂਦਾ ਅਤੇ ਜੰਪਿੰਗ ਹੋ ਜਾਂਦਾ। ਬ੍ਰਾਂਚਿੰਗ ਦੇ ਵਿੱਚ ਅੱਗੇ ਪਾਰਟਸ ਨੇ, ਇਫ ਐਲਸ, ਕੰਡੀਸ਼ਨ, ਓਪਰੇਟਰ ਅਤੇ ਸਵਿਚ। ਇਸ ਤਰੀਕੇ ਦੇ ਨਾਲ ਨੇ ਇਹ। ਦੇਖੋ ਇਫ ਐਲਸ, ਕੰਡੀਸ਼ਨ ਅਤੇ ਸਵਿਚ। ਇਹਦੇ ਵਿੱਚ ਜਿਹੜਾ ਲੂਪ ਹੈ, ਇਹ ਸਾਡੇ ਕੋਲ ਵਾਈਲ ਲੂਪ ਆ ਗਿਆ, ਡੂ ਲੂਪ ਆ ਗਿਆ ਅਤੇ ਫੋਰ ਦਾ ਲੂਪ ਆ ਗਿਆ। ਜੰਪਿੰਗ ਦੇ ਵਿੱਚ ਬ੍ਰੇਕ ਆ ਗਿਆ, ਕੰਟੀਨਿਊ ਅਤੇ ਗੋ ਟੂ ਆ ਗਿਆ। ਹੁਣ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਬ੍ਰਾਂਚ ਸਟੇਟਮੈਂਟ। ਬ੍ਰਾਂਚ ਸਟੇਟਮੈਂਟ ਦੇ ਵਿੱਚ ਇਫ ਦੀ ਕੰਡੀਸ਼ਨ ਕੀ ਕੰਮ ਕਰਦੀ ਹੈ ਸਾਡੇ ਕੋਲ,
ਇਫ ਦੀ ਕੰਡੀਸ਼ਨ ਕੀ ਕਹਿੰਦੀ ਹੈ ਰਾਜੇ, ਦ ਇਫ ਸਟੇਟਮੈਂਟ ਯੂਜ਼ ਟੂ ਡਿਸੀਜ਼ਨ ਮੇਕਿੰਗ, ਆਪਾਂ ਨੇ ਡਿਸੀਜ਼ਨ ਲੈਣਾ ਇਹਦੇ ਵਿੱਚ, ਇਟ ਮੇ ਬੀ ਕੈਪਟ ਇਨ ਦਾ ਮਾਈਂਡ ਇਫ ਇਟ ਇਜ਼ ਅ ਕੀਵਰਡ, ਇਹ ਕੀਵਰਡ ਹੀ ਹੈ ਸਾਡੇ ਕੋਲ, ਇਟ ਇਜ਼ ਆਲਵੇਜ਼ ਰਿਟਨ ਇਨ ਦਾ ਲੋਅਰ ਲੈਟਰ। ਜਿਵੇਂ ਆਹ ਆਪਣੇ ਕੋਲ ਛੋਟੀ ਐਫ, ਆਪਾਂ ਨੇ ਇਹ ਕੀ ਕਰਨਾ ਹੈਗਾ ਇਹਨੂੰ, ਆਈ ਹੈ ਜੋ ਆਪਣੇ ਕੋਲ ਆਈ, ਆਪਾਂ ਨੇ ਛੋਟੀ ਉਹਦੇ ਵਿੱਚ ਲੈਣੀ ਹੈ ਇਹ, ਸਮੋਲ ਕੈਪੀਟਲ ਦੇ ਵਿੱਚ, ਸਮੋਲ ਲੈਟਰ ਦੇ ਵਿੱਚ ਲੈਣੀ ਹੈ ਇਹ। ਤਾਂ ਉਸ ਤੋਂ ਬਾਅਦ ਕੀ ਹੈ, ਇਫ ਲਿਖ ਕੇ ਕੰਡੀਸ਼ਨ ਲਗਾ ਦੇਣੀ ਹੈ, ਵਿੱਚ ਸਟੇਟਮੈਂਟ ਲੈਣੇ ਆ। ਅਗਰ ਇਫ ਹੈ ਕਿ ਜਿਵੇਂ ਆਪਣੇ ਕੋਲ 20 ਇਜ਼ ਲੈਸ ਦੈਨ 30 ਹੈ, ਤਾਂ ਕੰਡੀਸ਼ਨ ਕੀ ਹੈ, ਟਰੂ ਹੈ। ਠੀਕ ਹੈ, ਆਪਾਂ ਨੂੰ ਇਹਦੇ ਵਿੱਚ ਇਸ ਤਰੀਕੇ ਦਾ, ਨਹੀਂ ਤਾਂ ਐਲਸ ਕਾਹਦੇ ਲਈ ਯੂਜ਼ ਕੀਤੀ ਜਾਂਦੀ ਹੈ, ਨਹੀਂ ਤਾਂ ਸਾਡੇ ਕੋਲ ਆਊਟਪੁੱਟ ਕੀ ਆ ਜਾਏ, ਨਹੀਂ ਤਾਂ ਫੋਲਸ ਹੈ। ਇਸ ਤਰੀਕੇ ਦੇ ਨਾਲ ਇਫ ਅਤੇ ਐਲਸ ਕੰਡੀਸ਼ਨ ਸਾਡੇ ਕੋਲ ਦੇਖੀ ਜਾਂਦੀ ਹੈ। ਅਗਰ ਇਫ ਦੀ ਕੰਡੀਸ਼ਨ ਦੇ ਵਿੱਚ ਕੀ ਹੋਏਗਾ, ਕੱਲਾ ਸਾਡੇ ਕੋਲ ਪੋਜ਼ੀਟਿਵ ਰਿਜ਼ਲਟ ਆਏਗਾ। ਇਫ ਅਤੇ ਐਲਸ ਦੇ ਵਿੱਚ ਪੋਜ਼ੀਟਿਵ ਅਤੇ ਨੈਗੇਟਿਵ ਦੋਨੋਂ ਰਿਜ਼ਲਟਸ ਆਉਣਗੇ ਸਾਡੇ ਕੋਲ। ਨੈਕਸਟ ਹੈ ਹੁਣ ਜਿਵੇਂ ਕਿ ਇਹਦਾ ਪ੍ਰੋਗਰਾਮ ਬਣਾਇਆ ਗਿਆ, ਦੇਖੋ ਹੁਣ ਇਨਕਲੂਡ ਹੈਸ਼ ਸਟੂਡੀਓ ਡੋਟ ਐਚ, ਇਨਕਲੂਡ ਹੈਸ਼ ਕੋਨੀਓ ਡੋਟ ਐਚ, ਵਾਇਡ ਮੇਨ ਤੋਂ ਸਾਡਾ ਇਹ ਕੀ ਹੋ ਗਿਆ, ਪ੍ਰੋਗਰਾਮ ਕੀ ਹੋ ਗਿਆ ਰਾਜੇ, ਸਟਾਰਟ ਹੋ ਗਿਆ। ਠੀਕ ਹੈ, ਇਹ 'ਚ ਵਾਇਡ ਮੇਨ ਇੰਟ ਏ ਅਤੇ ਬੀ ਕੀ ਲੈ ਲਏ, ਦੋ ਆਪਾਂ ਨੇ ਵੇਰੀਏਬਲ ਲੈ ਲਏ ਇਹਦੇ ਵਿੱਚ। ਅਤੇ ਉਸ ਤੋਂ ਬਾਅਦ ਕੀ ਕਰ ਲਿਆ, ਪ੍ਰਿੰਟ ਐਂਟਰ ਦਾ 2 ਨੰਬਰ ਐਂਟਰ ਕਰ ਲਏ, ਏ ਅਤੇ ਬੀ ਆਪਾਂ ਨੇ ਸਕੈਨ ਆ, ਹੁਣ 2 ਨੰਬਰ ਐਂਟਰ ਕਰ ਰਹੇ ਨਾ ਏ ਅਤੇ ਬੀ, ਤਾਂ ਆਪਾਂ ਨੂੰ 2 ਵਾਰ ਕੀ ਲਿਖਣੀ ਪਊਗੀ, ਡੀ ਲਿਖਣੀ ਪਊਗੀ। ਤਾਂ ਆਹ ਕੀ ਆਪਾਂ ਨੇ ਇਹਨੂੰ ਮੈਮਰੀ ਦੇ ਵਿੱਚ ਅਸੈਸ ਕਰਨ ਦੇ ਲਈ, ਮੈਮਰੀ 'ਚ ਸਟੋਰ ਕਰਨ ਦੇ ਲਈ ਐਂਪਰਸੈਂਡ ਦਾ ਸਾਈਨ ਲਾਵਾਂਗੇ। ਇਸ ਤਰੀਕੇ ਦੇ ਨਾਲ ਅਸੀਂ ਹਰ ਇੱਕ ਵੇਰੀਏਬਲ ਦੇ ਅੱਗੇ ਹੁਣ ਕੰਡੀਸ਼ਨ ਲਗਾ ਦੇ, ਇਫ ਏ ਇਜ਼ ਲੈਸ ਦੈਨ ਬੀ, ਅਗਰ ਆਪਣੇ ਕੋਲ ਏ ਬੀ ਤੋਂ ਛੋਟਾ ਹੈ ਤਾਂ ਆਊਟਪੁੱਟ ਕੀ ਦੇ ਦੇ, ਏ ਇਜ਼ ਗ੍ਰੇਟਰ ਦੈਨ, ਸੋਰੀ ਏ ਇਜ਼ ਗ੍ਰੇਟਰ ਦੈਨ ਬੀ, ਤਾਂ ਆਪਣੇ ਕੋਲ ਕੀ ਏ ਇਜ਼ ਗ੍ਰੇਟਰ ਦੈਨ। ਐਲਸ ਦਾ ਮਤਲਬ ਹੁੰਦਾ ਨਹੀਂ ਤਾਂ, ਨਹੀਂ ਤਾਂ ਕੀ ਕਹਿੰਦੇ ਇਹਦੇ, ਬੀ ਇਜ਼ ਗ੍ਰੇਟਰ ਦੈਨ। ਠੀਕ ਹੈ, ਜਦੋਂ ਆਪਾਂ ਇਹਨੂੰ ਰਨ ਕਰਾਂਗੇ, ਆਪਾਂ ਐਂਟਰ ਦਾ 2 ਨੰਬਰ ਆ ਜਿਹੜੀ ਲਾਈਨ ਲਿਖੀ ਹੋਈ ਸੀ, ਐਂਟਰ ਦਾ 2 ਨੰਬਰ, ਏ ਦੀ ਵੈਲੂ ਅਤੇ ਬੀ ਦੀ ਵੈਲੂ, ਏ ਦੀ ਵੈਲੂ 10 ਦੇਤੀ, ਬੀ ਦੀ ਵੈਲੂ 20 ਦੇਤੀ, ਤਾਂ ਆਪਣੇ ਕੋਲ ਬੀ ਦੀ ਵੈਲੂ 20 ਹੈ, ਤਾਂ ਆਪਣੇ ਕੋਲ ਬੀ ਇਜ਼ ਗ੍ਰੇਟਰ ਦੈਨ ਹੈਗਾ, ਤਾਂ ਆਪਣੇ ਕੋਲ ਇਹ ਵਾਲੀ ਆਊਟਪੁੱਟ ਆ ਗਈ, ਬੀ ਇਜ਼ ਗ੍ਰੇਟਰ ਦੈਨ। ਨੈਕਸਟ ਹੈ ਰਾਜੇ ਆਪਣੇ ਕੋਲ ਕੰਡੀਸ਼ਨਰ ਓਪਰੇਟਰਸ। ਕੰਡੀਸ਼ਨਰ ਓਪਰੇਟਰਸ ਕੀ ਕੰਮ ਕਰਦੇ ਨੇਗੇ, ਇਹ ਵੀ ਸਾਡੇ ਕੋਲ ਕੰਡੀਸ਼ਨਸ ਨੂੰ ਕੰਪਲੀਟ ਕਰਦੇ ਨੇਗੇ, ਕੀਤਾ ਜਾਂਦਾ, ਕੰਪੇਅਰ ਕਰਦੇ ਹਾਂ ਆਪਾਂ। ਜਿਵੇਂ ਕਿ ਇਫ ਐਲਸ ਵਨ ਕੈਨ ਆਲਸੋ ਕੰਡੀਸ਼ਨ ਓਪਰੇਟਰ, ਇਫ ਐਂਡ ਐਲਸ ਦੀ ਕੰਡੀਸ਼ਨ ਲਗਾਈ ਜਾਂਦੀ ਹੈ। ਇਹਦੇ ਵਿੱਚ ਵੀ ਕੰਡੀਸ਼ਨਲ ਓਪਰੇਟਰਸ ਵਰਕ ਔਨ ਦਾ 3 ਓਪਰੈਂਡ, ਇਹ 3 ਓਪਰੈਂਡ ਦੇ ਉੱਪਰ ਵਰਕ ਕਰਦੇ ਨੇ ਰਾਜੇ ਇਹ ਆਪਣੇ ਕੋਲ। ਇੱਕ ਤਾਂ ਆਪਾਂ ਕੁਐਸਚਨ ਮਾਰਕ ਲਾਵਾਂਗੇ, ਇੱਕ ਡਬਲ ਕੋਲਨ ਲਾਵਾਂਗੇ। ਠੀਕ ਹੈ, ਇਹ ਇਸ ਤਰੀਕੇ ਦੇ ਨਾਲ ਐਕਸਪ੍ਰੈਸ਼ਨ 1, ਐਕਸਪ੍ਰੈਸ਼ਨ 2, ਐਕਸਪ੍ਰੈਸ਼ਨ 3, 3 ਕੰਡੀਸ਼ਨਸ ਦੇ ਉੱਪਰ ਕੰਮ ਕਰਦੇ ਨੇ। ਹੁਣ ਇਹ ਧਿਆਨ ਨਾਲ ਦੇਖੋ, ਜਿਵੇਂ ਆਪਣੇ ਕੋਲ Z ਹੈ, ਕੋਈ ਵੀ ਵੈਲੂ ਹੈ, Z ਲੈ ਲਓ, A ਲੈ ਲਓ, B ਲੈ ਲਓ, 102 ਇਜ਼ ਗ੍ਰੇਟਰ ਦੈਨ 50, ਕੁਐਸਚਨ ਮਾਰਕ ਲਗਾਤਾ, ਨਹੀਂ ਤਾਂ ਕੀ ਕਰਦੇ, ਇਹਨਾਂ ਦੋਨੋਂ ਜਾਣੇ ਨੂੰ ਕੰਪੈਰੀਜ਼ਨ ਕਰਦੀ 4 ਅਤੇ 9 ਦੇ ਵਿੱਚ। ਇਸ ਤਰੀਕੇ ਦੇ ਨਾਲ ਇਹ ਕੀ ਹੈ, ਬਸ ਇੱਕ ਕੰਡੀਸ਼ਨ ਕਰ ਲਓ, ਇਹਦੇ ਨਾਲ ਹੀ ਤੁਹਾਡਾ ਕੰਪਲੀਟ ਹੋ ਜਾਏਗਾ। ਐਕਸਪ੍ਰੈਸ਼ਨ 1 ਦੇ ਵਿੱਚ ਕੀ ਹੈ, ਐਕਸਪ੍ਰੈਸ਼ਨ 4 ਇਜ਼ ਅਸਾਈਨ ਟੂ Z, ਜਿਹੜੀ 4 ਦੀ ਵੈਲੂ ਹੋਊਗੀ Z ਨੂੰ ਅਸਾਈਨ ਕੀਤੀ ਜਾਊਗੀ, ਜਿਹੜੀ ਵੀ ਵੈਲੂ ਹੋਏਗੀ ਸਾਡੀ। ਜਿਵੇਂ ਹੁਣ ਕੰਡੀਸ਼ਨ ਓਪਰੇਟਰਸ ਦੇ ਵਿੱਚ ਦੇਖੋ ਅੱਗੇ ਸਾਡੇ ਕੋਲ ਕੀ ਹੈ, ਇਹਦੇ ਵਿੱਚ ਐਕਸਪ੍ਰੈਸ਼ਨ ਦੇ ਵਿੱਚ ਕੀ ਲਿਖੋਗੇ ਤੁਸੀਂ, ਐਕਸਪ੍ਰੈਸ਼ਨ ਦੇ ਵਿੱਚ ਲਿਖ ਦੋਗੇ ਇਫ ਐਕਸਪ੍ਰੈਸ਼ਨ 1 ਬ੍ਰੇਸਿਸ ਸਟਾਰਟ, ਐਕਸਪ੍ਰੈਸ਼ਨ 2 ਬ੍ਰੇਸਿਸ ਖਤਮ, ਐਲਸ ਨਹੀਂ ਤਾਂ ਕੰਡੀਸ਼ਨ ਸਾਡੇ ਕੋਲ ਐਕਸਪ੍ਰੈਸ਼ਨ 3 ਦੇ ਵਿੱਚ ਦੇ ਦੇ ਹੈ। ਇਸ ਤਰੀਕੇ ਦੇ ਨਾਲ ਹੁਣ ਅੱਗੇ ਕੀ ਹੈ ਇਹਦੀ ਦੇਖੋ, ਇਹਦਾ ਪ੍ਰੋਗਰਾਮ ਕੀ ਹੈ, ਪ੍ਰੋਗਰਾਮ ਦੇ ਵਿੱਚ ਹੈਗਾ ਸਾਡੇ ਕੋਲ ਇਨਕਲੂਡ ਸਟੂਡੀਓ ਡੋਟ ਐਚ ਵਾਇਡ ਮੇਨ ABC, 3 ਵੇਰੀਏਬਲ ਲੈ ਲਏ, ਐਂਟਰ ਦਾ 2 ਨੰਬਰ, ਤਾਂ ਉਹਨੇ ਹੁਣ 2 ਨੰਬਰ ਐਂਟਰ ਕਰ ਲਏ ਰਾਜੇ ਆਪਣੇ ਕੋਲ। ਜਦੋਂ 2 ਨੰਬਰ ਆਪਾਂ ਐਂਟਰ ਕਰ ਲਾਂਗੇ ਤਾਂ ਆਪਾਂ 2 ਕੰਡੀਸ਼ਨਸ ਲਗਾ ਦਾਂਗੇ ਇਹਦੇ ਵਿੱਚ। ਆਪਾਂ ਨੇ ਕੀ ਕੀਤੀਆਂ, A ਅਤੇ B ਦੀ ਵੈਲੂ ਲੈ ਲਈ, ਇਸ ਤਰੀਕੇ ਦੇ ਨਾਲ ਆਪਾਂ ਫਾਰਮੂਲਾ ਲਿਖ ਲਾਂਗੇ, ਕੰਡੀਸ਼ਨਸ ਲਗਾ ਦਾਂਗੇ ਆਪਣੀਆਂ ਵੀ A ਦੀ ਵੈਲੂ ਜਿਵੇਂ ਆਪਾਂ ਨੇ ਕਿੰਨੀ ਲੈ ਲਈ, 10 ਲੈ ਲਈ, B ਦੀ ਵੈਲੂ ਆਪਣੇ ਕੋਲ ਕਿੰਨੀ ਆ ਗਈ, 50 ਆ ਗਈ, A ਦੀ ਵੈਲੂ 10 ਲੈ ਲਈ, B ਦੀ ਵੈਲੂ 50 ਲੈ ਲਈ, A ਅਤੇ B ਦੀ ਵੈਲੂ 4 ਅਤੇ 9 ਆ ਗਈ। ਜਦੋਂ ਆਪਾਂ ਇਹਦੀ ਆਊਟਪੁੱਟ ਕੱਢਾਂਗੇ ਐਂਟਰ ਦਾ 2 ਨੰਬਰ, ਤਾਂ ਆਪਾਂ ਨੂੰ ਇਹ ਗ੍ਰੇਟੈਸਟ ਵੈਲੂ ਦੱਸ ਦੂਗਾ ਕਿ ਇਹਨਾਂ ਦੇ ਵਿੱਚੋਂ ਗ੍ਰੇਟੈਸਟ ਵੈਲੂ ਕਿਹੜੀ ਹੈ। ਹੁਣ ਜਿਵੇਂ ਆਪਣੇ ਕੋਲ 10 50 ਹੈ, ਤਾਂ ਆਪਣੇ ਕੋਲ ਗ੍ਰੇਟੈਸਟ ਵੈਲੂ ਇਹਦੇ ਆਊਟਪੁੱਟ ਕੀ ਆ ਜਾਏਗੀ, ਆਪਣੇ ਕੋਲ 50 ਆ ਜਾਏਗੀ। ਨੈਕਸਟ ਹੈ ਆਪਣੇ ਕੋਲ ਸਵਿਚ ਸਟੇਟਮੈਂਟ। ਸਵਿਚ ਸਟੇਟਮੈਂਟ ਰਾਜੇ ਕੀ ਕੰਮ ਕਰਦੀ ਹੈ, ਸਵਿਚ ਸਟੇਟਮੈਂਟ ਆਪਣੇ ਕੋਲ ਕੰਮ ਕਰਦੀ ਹੈ, ਸਵਿਚ ਕੇਸਿਸ ਇਜ਼ ਅ ਡਿਫਾਲਟ ਸਟੇਟਮੈਂਟ ਇਜ਼ ਅ ਸਪੈਸ਼ਲ ਮਲਟੀਵੇ ਡਿਸੀਜ਼ਨ ਮੇਕਰ। ਜਦੋਂ ਆਪਾਂ ਨੇ ਇੱਕ ਜਾਂ ਇੱਕ ਤੋਂ ਵੱਧ ਡਿਸੀਜ਼ਨ ਲੈਣੇ ਹੋਣ, ਠੀਕ ਹੈ, ਆਪਣੇ ਕੋਲ ਇੱਕ ਤੋਂ ਵੱਧ ਆਪਣੇ ਕੋਲ ਇਨਪੁਟਸ ਆ ਜਾਣ, ਆਪਾਂ ਨੇ ਡਿਸੀਜ਼ਨ ਲੈਣੇ ਹੋਣ, ਉੱਥੇ ਆਪਾਂ ਆਹ ਸਵਿਚ ਕੇਸ ਆਪਾਂ ਯੂਜ਼ ਕਰਦੇ ਹਾਂ। ਟੈਸਟ ਵੈਦਰ ਐਕਸਪ੍ਰੈਸ਼ਨ ਮੈਚ ਦਾ ਵਨ ਆਫ ਦਾ ਨੰਬਰ of constant value and braces conditions. Switch statement default statement
इज़ अ रिप्लेसमेंट ऑफ द इफ़ एंड एल्स की जगह पर स्विच स्टेटमेंट लगाई जाती है। जिमें हुण इहदी एग्जाम्पल की है कि तुसी स्विच लिख के इहदा एक्सप्रैशन दे दोगे। एक्सप्रैशन च कोई भी तुसी जिहड़ा उपर इंट लिखांगे आपां वेरीएबल दिता है वो वेरीएबल स्विच दे विच दे दांगे ए ते बी जो भी दिता आपां ने। उस तो बाद केस आ गया, केस कॉन्सटेंट 1 आपने स्टेटमेंट देती आपां की काम कर रहे हैं। ब्रेक लगाता, ब्रेक का मतलब होंदा थोड़े टाइम लिए रुकना। आपने आपां ब्रेक की जगह पर कॉन्टीन्यू भी लगा सकते हैं। कॉन्टीन्यू का मतलब होंदा आपने लगातार चलना। इस तरीके दे नाल इहदा की है सिंटैक्स है साडे कोल। हुण जिवें कि देखो ये प्रोग्राम दे विच आपां नूं दे रखिआ हैगा। प्रोग्राम दे विच हुण आपां ने की करना है, स्विच केस दे विच आपां ने मंडे संडे ये प्रिंट आउट करवाना है। तो ये की है कि आपां ने इनकलूड studio.h आपां ने की ले लिया है, लाइब्रेरी फाइल्स ले लिया अपनिया, लाइब्रेरी फाइल्स ले लिया, कोनियो ले लिया आपां ने, वाइड मेन ले ली। हुण देखो इत्थे इंट डी दे रखे है। इंट डी की है अपना एक्सप्रैशन है, कोई भी वेरीएबल ले लो। तो हुण इहदे विच की है एंटर दा नंबर एंटर किया। हुण डी नूं आपां ने स्टोर करना मैमरी दे विच, तां एक डी लिखांगे स्कैन एफ दे विच, ठीक है, एम्परसेंड दे साइन नाल। हुण स्विच केस दे विच की सीगा तुहानूं मैंने अगे दस्सिआ सीगा इहदे विच भी आपां ने जिहड़ा उपर वेरीएबल लत्ता डी लत्ता इहदे विच फिल कर देंगे। एक्सप्रैशन हो गया ये अपना केस 1 दे विच स्टार्टिंग ब्रेसिस लगाने ने स्विच ते केस तो बाद प्रिंट एफ च की करदे मंडे ब्रेक, उदों बाद रुक जे आप 2 दबीए तो अपने को आउटपुट की आ जाए ट्यूसडे आ जाए। अगर आप 3 दबीए तो आउटपुट वैडनसडे आ जाए। एवें अप टू 7 तक। अगर आप 7 दबांगे तो संडे आ जाऊगा। अगर आप कोई होर नंबर देवांगे 9 8 11 तो बाय तो अपन की है डिफॉल्ट वैल्यू चक लेगा। तो अपन की कह देगा इनवैलिड स्टेटमेंट भी, ये जी वैल्यू है इनवैलिड स्टेटमेंट है। हम देखो जिमें ये दसिया गया थोनों एंटर द एनी नंबर, थोने एंटर द एनी नंबर करता। एंटर द एनी नंबर के की आ गया साढ़े को 7 नंबर पर की आ गया संडे आ गया, ठीक है। इस तरीके के नाल ये की ने अपने को सारियां कंट्रोल स्टेटमेंट्स ने जो इस स्ट्रक्चर्स नूं कंट्रोल करदियां ने सी लैंग्वेज दे विच। दो तरह दियां हुंदियां ने ऑपरेटर्स जिहड़े हुंदे ने रिलेशनल ते लॉजिकली ऑपरेटर। रिलेशनल दे विच की करदे आपां टू वैल्यूज़ नूं कंपेयर करदे आं। वैल्यूज़ नूं ए इक्वल टू बी इक्वल टू ए टू लैस ते ये दो वैल्यूज़ नूं कंपेयर किया जाता है। लॉजिकली दे विच की हुंदा है एक दा दो वैल्यूज़ नूं कंबाइंड किया जाता है। दोनों वैल्यूज़ नूं कंबाइंड करन लई 2 एंड 3 नूं कंबाइंड करन दे लई असीं लॉजिकली ऑपरेटर यूज़ करदे आं। ब्रांचिज़ कंडीशनस आ जांदियां ने अपने कोल इफ ते एल्स दी कंडीशन आ जाती है। इफ दी स्टेटमेंट उत्थे हुंदी है इन दी केस ऑफ मतलब आपाने ट्रू दे विच ही आपाने आउटपुट लैने तो इफ दी कंडीशन लगावांगे। अगर आपाने दो वैल्यूज़ नूं नहीं तां इफ दा मतलब हुंदा नहीं, एल्स दा मतलब हुंदा नहीं तां जे, इफ दा मतलब हुंदा जे। इस तरीके दे नाल असीं दो वैल्यूज़ नूं कंपैरिजन करांगे, कंडीशनस कंप्लीट करांगे। ग्रेटर दैन, लैस दैन, इक्वल टू, ये सारियां अपने को इफ ते एल्स दी कंडीशन दे विच आउणगियां। कंडीशनल ऑपरेटर च कंडीशन लगाई जाती है। अगर अपने को ए दी वैल्यू ग्रेटर दैन है तो दो वैल्यू नाल दो वेरीएबल्स दे नाल कीता जाऊगा, ये कंपैरिजन किया जाऊगा। इस तरीके दे नाल कंडीशनल ऑपरेटर्स कंप्लीट होंदे ने। स्विच स्टेटमेंट दे विच के मल्टीपल वे दे उपर काम करदा है। अगर अपने मल्टीपल डिसीजन लैने होंदे ने वन टाइम तो मल्टीपल डिसीजन लैने होंदे ने तो आप स्विच केस दे यूज़ करते हैं। स्विच केस दे विच अपने को एक्सप्रैशन जिहड़ा अपने इंट दे नाल वेरीएबल दे रखा होंदा, एक्सप्रैशन दे विच फिल करना होंदा अपने। दैन अपने कोल की है आउटपुट ये प्रोग्राम दे विच की आ जाएगा। तो सारे ये एक्सप्रैशन फिल करके तुसी कोई भी 2 3 4 दबोगे तो उस जिमें तो अपने एंटर द एनी नंबर तुमने 3 दबता तो थोड़े को वैडनसडे आ जाऊ। अगर तुमने 10 दबिया तो इनवैलिड केस आ जाऊगा। इस तरीके के नाल कंट्रोल स्टेटमेंट्स की होंदियां ने कंप्लीट होंदियां ने। ओके रजी, बाय।